टिकट तुसी जिहड़ी भालदे सीगे उस हल्का साउथ तो भालदे सी, ठीक है। पर जदों तुसी आज़ाद उम्मीदवारी लिए अपनी ऐलान की और टिकट आज़ाद उम्मीदवारी लड़न लिए तुसी हल्का वैस्ट चुनिया, ये क्यों? नैक्सट टाइम आया तो फिर मैनू कैप्टन अमरिंदर सिंह ते रवनीत बिट्टू दोनों ने बुला के स्टेज पर कहा कि बाबा जी तुसी आत्मनगर तो चोण लड़ोगे। मैं कहा जी ठीक है, मैं तैयार हाँ। फिर जदों हफ्ता तक रह गया फिर इन्हों ने कहते जी भी बाबा शरीफ है, इत्थे थोड़ा जा कोई खाड़कू चाहिए, तो फिर मेरी शरीफी मेरा गुनाह बन गई। मैं समार के क्लीयर करदा भी पैसे का बोलबाला है कि गांधी दी आइडियोलॉजी की लोड़ नहीं जी, उसकी विचारधारा के उल्ट जिहड़े काम करने वाले लोग ने उन्हां दी लोड़ है जी। थोड़े दिमाग दे विचों देश भगती नहीं तो वह सोच मरती है। असी गांधीवादी सोच नूं मारन वाले लोगों का विरोध करते हैं। 30 साल हो गए, मैं 1992 का टिकट मंग रहा है, 92 च नहीं मिली, 97 च नहीं मिली, 2002 च नहीं मिली, 7 च नहीं मिली, 12 च नहीं मिली, 17 च नहीं मिली, हुण 22 आ गया। ਤੁਹਾਡੀ ਟਿਕਟ ਸਾਊਥ ਚੋਂ ਕੱਟੀ ਗਈ, ਖੜੇ ਤੁਸੀਂ ਵੈਸਟ ਚੋਂ ਆਉਂਦੇ ਹੋ, ਫਿਰ ਕਹਿੰਦੇ ਹੋ ਅਸੀਂ ਬੁਲਵਾਨੇ ਆ। ਸਰ ਜਨਤਾ ਵੀ ਸਮਝਦੀ ਹੈ, ਜਨਤਾ ਵੀ ਅੱਜ ਵੋਟਰ ਵੀ ਕੋਈ ਐਦਾਂ ਹੈ ਨਹੀਂ ਕਿ ਵੋਟਰ ਨੂੰ ਕਹੋਗੇ ਭਾਈ ਆ ਨਾਲਾ ਵਗਦਾ ਤੇ ਉਹ ਸੋਚੇ ਨਾਲਾ। ਮੈਂ ਕਹਿੰਦਾ ਬਈ ਸਮਾਰਟ ਸਿਟੀ ਹੈ ਨਾ ਜੀ ਸਭ ਤੋਂ ਜ਼ਿਆਦਾ। ਮੈਂ ਗੋਲੀਆਂ ਖਾਧੀਆਂ ਸਰੀਰ ਤੇ ਉਦੋਂ ਖੜਦੇ ਸਾਊਥ ਚ ਨਾ, ਫਿਰ ਵੈਸਟ ਚ ਕਿਉਂ? ਸਾਊਥ ਆ ਇੱਕ ਸੁਣਾ ਦਿਖਾ ਬਈ, ਆ AK-47 ਦੀਆਂ ਗੋਲੀਆਂ ਪੈਸੇ ਲੈਣ ਲਈ ਨਹੀਂ ਖਾਧੀਆਂ। अच्छा उदों लखां उदों हल्कियां दे विच 450 वोट ते MLA बने, उदों मेरे पिंड तो एक वोट पई, गिनीज बुक ऑफ रिकॉर्ड च मेरा नाम लिखा जा रहा है, तो कांग्रेस वाले ने 117 च नहीं लिखा। ਚਲੋ ਤੁਸੀਂ ਕਹਿੰਦੇ ਹੋ ਇੱਥੇ ਰਹਿੰਦੇ ਸੀਗੇ, ਮੈਂ ਕਹਿੰਦਾ ਲੋਕਾਂ ਦੇ ਵਿੱਚ ਇਹ ਹੈਗਾ ਕਿ ਪੰਜ ਹੋਰ ਜਿਹੜੇ ਤੁਹਾਨੂੰ ਇਹ ਜਿਹੀਆਂ ਗੱਲਾਂ ਦੱਸਦੇ ਨੇ, ਬਿਲਕੁਲ ਸਾਨੂੰ ਬਿਲਕੁਲ ਕਰਦੇ ਆ ਜੀ। ਨਹੀਂ ਅਸੀਂ ਤਾਂ ਬਿਲਕੁਲ ਨਾਲ ਨਹੀਂ, ਗਲਤ ਗੱਲਾਂ ਨਹੀਂ ਕਰਦੇ, ਲੋਕ ਸੱਚ ਕਰਦੇ ਆ, ਜਨਤਾ ਜਨਾਰਦਨ ਹਮੇਸ਼ਾ ਸੱਚ ਬੋਲਦੀ ਹੈ। ਨੇਤਾ ਜਿਹੜੇ ਹੈਗੇ ਆ ਉਹ ਆਪਣੀ ਆਈਡੀਓਲੋਜੀ ਚੇਂਜ ਕਰ ਦਿੰਦੇ, ਜਿਹੜੇ ਬੰਦੇ ਅਸੀਂ ਕੁਐਸਚਨ ਨਹੀਂ ਗੋਲ ਲੋਕ, ਮਤਲਬ ਤੁਸੀਂ ਕਹਿ ਰਹੇ ਹੋ ਜਨਤਾ ਗਲਤ ਕਹਿੰਦੀ ਹੈ, ਲੋਕ ਤਾਂ ਜਨਤਾ ਹੈ, ਇਹਦਾ ਮਤਲਬ ਮੈਂ ਕਿਹਾ ਲੋਕ ਤਾਂ ਜਨਤਾ ਹੈ, ਲੋਕ ਤਾਂ ਵੋਟਰ ਹੈ, ਇਹਦਾ ਮਤਲਬ ਤੁਸੀਂ ਵੋਟਰਾਂ ਨੂੰ ਗਲਤ ਕਰੋ, ਤੁਸੀਂ ਵੋਟਰਾਂ ਨੂੰ ਗਲਤ ਕਹਿ ਰਹੇ ਹੋ। ਮੈਂ ਵੋਟਰ ਹੈ ਨਹੀਂ ਕਹਿ ਰਿਹਾ, ਲੋਕ ਤਾਂ ਵੋਟਰ ਹੈ, ਪਰ ਜਿਹੜੀ ਗੱਲ ਤੁਸੀਂ ਕਰਦੇ ਹੋ ਪੁੱਠੀ ਕਰਦੇ ਹੋ। ਪੁੱਠੀ ਦਾ ਮਤਲਬ ਹੈ ਵੀ ਤੁਹਾਨੂੰ ਲੋਕ ਗਲਤ ਸਿਖਾਉਂਦੇ ਆ। ਨਹੀਂ ਗਲਤ ਨਹੀਂ ਸਿਖਾਉਂਦੇ, ਲੋਕ ਵੋਟਰ ਹੈ, ਵੋਟਰ ਨਹੀਂ ਸਾਡੀ ਤਾਂ ਅਸੀਂ ਤਾਂ ਸਰ ਹਮੇਸ਼ਾ ਦਾਗਦਾਰ ਹੀ ਰਹਿਣਾ ਹੈ। ਨਮਸਕਾਰ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਸੋ ਲਗਾਤਾਰ ਚੁਣਾਵੀ ਮਾਹੌਲ ਭਖਦੇ ਜਾ ਰਿਹਾ। ਸੋ ਵੱਖ-ਵੱਖ ਸੀਟਾਂ ਤੇ ਜਿੱਥੇ ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਹੁਣ ਪੂਰਾ ਨਾਮਾਂਕਨ ਭਰ ਦਿੱਤਾ ਸੀ, ਉੱਥੇ ਜਿਹੜੀ ਖਬਰ ਆਈ ਸੀ ਕਿ ਹੁਣ ਕੇ ਬਾਵਾ ਜੀ ਜਿਹੜੇ ਕਿ ਪੰਜਾਬ ਕਾਂਗਰਸ ਦੀ ਇੱਕ ਪਹਿਚਾਣ ਬਣੇ ਹੋਏ ਸੀ, ਸਰਦਾਰ ਬੇਅੰਤ ਸਿੰਘ ਦੇ ਨਾਲ ਜਦੋਂ ਸਰਦਾਰ ਬੇਅੰਤ ਸਿੰਘ ਦੇ ਨਾਲ ਉਗਰਵਾਦ ਦੇ ਦੌਰ ਦੇ ਵਿੱਚ ਗੋਲੀਆਂ ਖਾਣ ਵਾਲੇ, ਉਹਨਾਂ ਦੇ ਨਾਲ ਕੰਮ ਕਰਕੇ ਗੋਲੀਆਂ ਖਾਣ ਵਾਲੇ ਕੇ ਬਾਵਾ ਨੂੰ ਜਦੋਂ ਟਿਕਟ ਨਹੀਂ ਮਿਲੀ, ਕੱਟੀ ਗਈ, ਤਾਂ ਇਹਨਾਂ ਨੇ ਕੱਲ੍ਹ ਜਿਹੜਾ ਕਿ ਉਮੀਦਵਾਰੀ ਭਰ ਦਿੱਤੀ ਹੈ ਹਲਕਾ ਵੈਸਟ ਤੋਂ। ਹਾਲਾਂਕਿ ਜੇ ਟਿਕਟ ਦੀ ਦਾਅਵੇਦਾਰੀ ਸਾਊਥ ਤੋਂ ਸੀ, ਪਰ ਜਿਹੜੀ ਉਮੀਦਵਾਰੀ ਭਰੀ ਗਈ ਉਹ ਹਲਕਾ ਵੈਸਟ ਤੋਂ ਭਰੀ ਗਈ। ਇਹ ਬਹੁਤ ਸਾਰੀ ਗੱਲਾਂ ਜਿਹੜੀਆਂ ਹੈਗੀਆਂ ਜਨਤਾ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੋ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਗੱਲਬਾਤ ਕਰੀਏ ਤਾਂ ਤੁਹਾਡੀ ਟਿਕਟ ਤੁਸੀਂ ਜਿਹੜੀ ਭਾਲਦੇ ਸੀਗੇ ਉਹ ਹਲਕਾ ਸਾਊਥ ਤੋਂ ਭਾਲਦੇ ਸੀ, ਠੀਕ ਹੈ। ਪਰ ਜਦੋਂ ਤੁਸੀਂ ਆਜ਼ਾਦ ਉਮੀਦਵਾਰੀ ਲਈ ਆਪਣੀ ਐਲਾਨ ਕੀਤੀ ਔਰ ਟਿਕਟ ਆਜ਼ਾਦ ਉਮੀਦਵਾਰੀ ਲੜਨ ਲਈ ਤੁਸੀਂ ਹਲਕਾ ਵੈਸਟ ਚੁਣਿਆ, ਇਹ ਕਿਉਂ? 97 ਦੇ ਵਿੱਚ ਮੈਂ ਹਲਕਾ ਵੈਸਟ ਤੋਂ ਸੀਟ ਮੰਗਦਾ ਸੀ, 97 'ਚ। ਉਸ ਤੋਂ ਬਾਅਦ 2002 ਦੇ ਵਿੱਚ ਵੀ ਹਲਕਾ ਵੈਸਟ ਤੋਂ ਮੰਗਦਾ ਸੀ। 2004 ਦੇ ਵਿੱਚ ਮੇਰੇ ਨਾਲ ਮਨੀਸ਼ ਤਿਵਾੜੀ ਨੇ ਵਾਅਦਾ ਕੀਤਾ ਕਿ ਬਾਬਾ ਜੀ ਤੁਸੀਂ ਆਤਮਨਗਰ ਜਾ ਕੇ ਚੋਣ ਲੜੋ, ਮੈਂ ਤੁਹਾਡੇ ਨਾਲ ਹਾਂ। ਬੜਾ ਜੈਂਟਲਮੈਨ ਪ੍ਰੋਮਿਸ ਹੋਇਆ, ਉਹ ਜੈਂਟਲਮੈਨ ਪ੍ਰੋਮਿਸ ਵੀ ਤਿਲਕ ਗਏ। ਤੇ ਫਿਰ ਸਮਾਂ ਆਇਆ, ਉਸ ਤੋਂ ਬਾਅਦ ਜਦ ਟਿਕਟ ਦੀ ਗੱਲ ਆਈ ਤਾਂ ਇਹਨਾਂ ਨੇ ਕਿਹਾ ਕਿ ਮਲਕੀਤ ਸਿੰਘ ਬੀਰਮੀ ਨੇ, ਸਾਡਾ ਪਹਿਲਾਂ ਪ੍ਰੋਮਿਸ ਸੀ ਕਿ ਮਲਕੀਤ ਸਿੰਘ ਬੀਰਮੀ, ਚਲੋ ਉਹਨਾਂ ਨੂੰ ਦੇਤੀ। ਮੈਂ ਫਿਰ ਉੱਥੇ ਬੈਠਾ ਰਿਹਾ, ਫਿਰ ਉਸ ਹਲਕੇ 'ਚ ਬੈਠ ਕੇ
ਬਕਾਇਦਾ ਆਫਿਸ ਖੋਲ੍ਹ ਕੇ ਮੈਂ ਕੰਮ ਕਰਦਾ ਰਿਹਾ। ਜਦ ਨੈਕਸਟ ਟਾਈਮ ਆਇਆ ਤਾਂ ਫਿਰ ਮੈਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਬਿੱਟੂ ਦੋਨਾਂ ਨੇ ਬੁਲਾ ਕੇ ਸਟੇਜ 'ਤੇ ਕਿਹਾ ਕਿ ਬਾਬਾ ਜੀ ਤੁਸੀਂ ਆਤਮਨਗਰ ਤੋਂ ਚੋਣ ਲੜੋਗੇ। ਮੈਂ ਕਿਹਾ ਜੀ ਠੀਕ ਹੈ, ਮੈਂ ਤਿਆਰ ਹਾਂ। ਫਿਰ ਜਦੋਂ ਹਫ਼ਤਾ ਕੁ ਰਹਿ ਗਿਆ, ਫਿਰ ਇਹਨਾਂ ਨੇ ਕਹਿੰਦੇ ਜੀ ਵੀ ਬਾਬਾ ਸ਼ਰੀਫ ਆ, ਇੱਥੇ ਥੋੜ੍ਹਾ ਜਿਹਾ ਕੋਈ ਖਾੜਕੂ ਚਾਹੀਦਾ। ਅਤੇ ਫਿਰ ਮੇਰੀ ਸ਼ਰੀਫੀ ਮੇਰਾ ਗੁਨਾਹ ਬਣ ਗਈ। ਅਤੇ ਫਿਰ ਮੈਨੂੰ ਕੈਪਟਨ ਸਾਹਿਬ ਇੱਥੇ ਰਾਏਕੋਟ ਆਏ ਇੱਕ ਲੋਹੜੀ ਦੇ ਫੰਕਸ਼ਨ 'ਤੇ, ਅਤੇ ਉੱਥੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਮੈਨੂੰ ਪਰੇ ਲੈ ਗਏ। ਮੈਨੂੰ ਕਹਿੰਦੇ ਤੁਹਾਨੂੰ ਅਸੀਂ ਈਸਟ ਤੋਂ ਚੋਣ ਲੜਾਵਾਂਗੇ। ਅਤੇ ਮੈਂ ਕਿਹਾ ਜੀ ਮਿਹਰਬਾਨੀ ਤੁਹਾਡੀ। ਅਤੇ ਉਦੋਂ ਬਾਅਦ ਰਵਨੀਤ ਬਿੱਟੂ ਮੈਂਬਰ ਆਫ ਪਾਰਲੀਮੈਂਟ ਉਹ ਲੱਤ ਲਾ ਕੇ ਖੜ੍ਹ ਗਿਆ ਕਿ ਜੀ ਮੈਂ ਜਲਾਲਾਬਾਦ ਤੋਂ ਡਰਾਮਾ ਤਾਂ ਕਰੂੰਗਾ ਜਾ ਕੇ ਉਹ ਸੁਖਵੀਰ ਨਾਲ ਚੋਣ ਲੜਨ ਦਾ, ਅਤੇ ਜੇ ਤੁਸੀਂ ਇਹਨੂੰ ਟਿਕਟ ਦਿੰਦੇ ਹੋ ਇਹ ਮੇਰਾ ਵੀ ਖਰਚਾ ਭਰਦਾ ਅਤੇ ਆਪ ਦਾ ਵੀ ਕਰਦਾ ਅਤੇ ਬਾਕੀ ਵੀ ਸਭ ਕੁਝ ਠੀਕ ਕਰਦਾ। ਕਿਹਦੇ ਬਾਰੇ? ਤਲਵਾੜ। ਅੱਛਾ। ਅਤੇ ਉਹ ਫਿਰ ਤੁਸੀਂ ਕਿਤੇ ਨਾ ਕਿਤੇ ਸਰੇਆਮ ਇਹ ਕਹਿ ਰਹੇ ਹੋ ਕਿ ਟਕਸਾਲੀ ਜਿਹੜੇ ਵਰਕਰ ਹੈ ਉਹਨਾਂ ਦੀ ਅਣਦੇਖੀ ਹੋ ਰਹੀ ਹੈ, ਔਰ ਜੇ ਤੁਹਾਡੀਆਂ ਹੀ ਗੱਲਾਂ ਮੈਂ ਸੁਣਾ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਅੱਜ ਜਿਹੜੀ ਰਾਜਨੀਤੀ ਹੈ ਪੰਜਾਬ ਕਾਂਗਰਸ ਦੀ ਖਾਸ ਕਰਕੇ ਰਾਜਨੀਤੀ ਦੇ ਵਿੱਚ ਜਿਹੜੇ ਤੁਸੀਂ ਖੁਦ ਅਲਫਾਜ਼ ਯੂਜ਼ ਕੀਤੇ ਕਿ ਮੈਂ ਕਲੀਅਰ ਕਰ ਦਿੰਦਾ, ਮੈਂ ਸਮਾਰ ਕੇ ਕਲੀਅਰ ਕਰਦਾ ਵੀ ਪੈਸੇ ਦਾ ਬੋਲਬਾਲਾ ਹੈ। ਜਿਹੜੀ ਗੱਲ ਤੁਸੀਂ ਘੁੰਮ ਕੇ ਕਹਿੰਦੇ ਹੋ ਮੈਂ ਸਿੱਧੀ ਕਹਿੰਦਾ, ਪੈਸੇ ਦਾ ਬੋਲਬਾਲਾ ਹੈ। ਇੱਕ ਵਰਡ ਤੁਸੀਂ ਹੋਰ ਵੀ ਯੂਜ਼ ਕੀਤਾ ਕਿ ਸ਼ਰਾਫਤ, ਇੱਕ ਤੁਸੀਂ ਹੋਰ ਵੀ ਵਰਡ ਯੂਜ਼ ਕੀਤਾ। ਮੈਂ ਤਾਂ ਇਹ ਕਹਿਣਾ ਵੀ ਉਹ ਕਹਿੰਦੇ ਵੀ ਮੈਂ ਸ਼ਰੀਫੀ ਮੇਰਾ ਗੁਨਾਹ ਬਣ ਗਈ, ਸ਼ਰੀਫੀ ਗੁਨਾਹ ਬਣ ਗਈ, ਬੰਦਾ ਖਾੜਕੂ ਚਾਹੀਦਾ ਸਾਨੂੰ। ਹਾਂ ਚਲੋ, ਮਤਲਬ ਸੋ ਇਹ ਮੈਂ ਤੁਹਾਡੀ ਗੱਲ ਕਹਾਂ ਤਾਂ ਤੁਸੀਂ ਸਿੱਧਾ ਇਹ ਕਹਿ ਰਹੇ ਹੋ ਪੰਜਾਬ ਕਾਂਗਰਸ 'ਚ ਇਸ ਵੇਲੇ ਖਾੜਕੂ ਜਿਹੜੀ ਹੈਗੀ ਹੈ ਸ਼ਖਸੀਅਤ ਵਾਲੇ ਖਾੜਕੂ ਸ਼ਖਸੀਅਤ ਕਰ ਦਿੰਦਾ ਕਿ ਗਾਂਧੀ ਦੀ ਆਈਡੀਓਲੋਜੀ ਦੀ ਲੋੜ ਨਹੀਂ ਜੀ, ਉਸ ਦੀ ਵਿਚਾਰਧਾਰਾ ਦੇ ਉਲਟ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀ ਲੋੜ ਹੈ ਜੀ। ਕਿਉਂਕਿ ਜਿਸ ਹਿਸਾਬ ਨਾਲ ਕੰਮ ਹੋ ਰਿਹਾ ਅਹਿੰਸਾ ਵਾਲੇ ਗਾਂਧੀ ਦੀ ਸਮਝਦਾ ਕਿ ਅੱਜ 30-35 ਸੀਟਾਂ ਤੇ ਐਸੇ ਲੋਕ ਖੜੇ ਨੇ ਜੀ, ਤੇ ਮੈਂ ਜੇ ਨੇਤਾਵਾਂ ਦੇ ਨਾਂ ਲੈਦਾ ਉਹਨਾਂ ਦੇ ਦਿਨ ਮਨਾਉਣ ਨੂੰ ਤਿਆਰ ਨਹੀਂ। ਪਰ ਹਿੰਸਾਵਾਦੀਆਂ ਦਾ ਹੁਣ ਦੌਰ ਚੱਲ ਗਿਆ, ਹਿੰਸਾ ਕਹਿ ਲਓ ਪਾਰਟੀ ਦੇ ਵਿੱਚ ਹੁਣ ਹਿੰਸਾਵਾਦੀਆਂ ਦਾ ਦੌਰ ਹੈ। ਗਾਂਧੀ ਜੀ ਦਾ ਉਪਦੇਸ਼ ਸੀ ਅਹਿੰਸਾ ਦਾ। ਹਾਂਜੀ, ਅਹਿੰਸਾ ਦਾ ਉਪਦੇਸ਼। ਹਿੰਸਾ ਦਾ ਉਲਟਾ ਹਿੰਸਾ ਹੋਰ ਗੱਲ ਹੈ। ਹਿੰਸਾ ਤਾਂ ਹੁੰਦਾ ਕਿਸੇ ਨੂੰ ਮਾਰਨਾ ਜੀ, ਪਰ ਇਹ ਮਾਰ ਹੀ ਰਹੇ, ਤੁਹਾਡਾ ਹੱਕ ਮਾਰਿਆ, ਜਿੱਦਾਂ ਤੁਸੀਂ ਕਿਹਾ ਤੁਹਾਡਾ ਹੱਕ ਮਾਰਿਆ ਤੁਹਾਨੂੰ। ਗੱਲ ਸੁਣੋ, ਉਹ ਮਾਰਨਾ ਜਿਹੜਾ ਮਤਲਬ ਨਿਕਲਦਾ ਹੋਰ ਹੈ ਹਿੰਸਾ ਔਰ ਅਹਿੰਸਾ ਦਾ। ਮੈਂ ਕਹਿੰਦਾ ਸੋਚ ਨੂੰ ਮਾਰ ਰਹੇ ਨੇ, ਉਹਨੂੰ ਕਿਰਪਾਨ ਨਾਲ ਮਾਰਨ ਦੀ ਲੋੜ ਨਹੀਂ, ਤਲਵਾਰ ਨਾਲ ਮਾਰਨ ਦੀ ਲੋੜ ਨਹੀਂ। ਉਹ ਤੁਹਾਡੇ ਦੇ ਦਿਮਾਗ ਦੇ ਵਿੱਚ ਪਥੂਰ ਭਰਿਆ, ਤੁਹਾਡੇ ਦਿਮਾਗ ਦੇ ਵਿੱਚ ਉਹ ਦੇਸ਼ ਭਗਤੀ ਨਹੀਂ, ਤਾਂ ਉਹ ਸੋਚ ਮਰਦੀ ਹੈ। ਅਸੀਂ ਗਾਂਧੀਵਾਦੀ ਸੋਚ ਨੂੰ ਮਾਰਨ ਵਾਲੇ ਲੋਕਾਂ ਦਾ ਵਿਰੋਧ ਕਰਦੇ ਆ, ਨਾ ਕਿ ਕਿਸੇ ਦੇ ਕੋਈ ਕਤਲੋਗਾਰਦ ਕਰਨ ਵਾਲਿਆਂ ਦਾ। ਮੈਂ ਗਾਂਧੀਵਾਦੀ ਸੋਚ ਨੂੰ ਖਤਰਾ ਖੜਾ ਹੋਇਆ, ਅੱਜ ਗਾਂਧੀਵਾਦੀ ਵਿਚਾਰਧਾਰਾ ਨੂੰ ਖਤਰਾ ਖੜਾ ਹੋਇਆ, ਤੇ ਅਸੀਂ ਉਹਨਾਂ ਚੀਜ਼ਾਂ ਦੀ ਮੁਖਾਲਫਤ ਕਰਦੇ ਹਾਂ, ਉਹਨਾਂ ਚੀਜ਼ਾਂ ਦੇ ਖਿਲਾਫ ਆ ਜਿਹੜੇ ਲੋਕ ਐਸੇ ਨੇ। ਅਸੀਂ ਚਾਹੁੰਦੇ ਹਾਂ ਕਿ ਗਾਂਧੀ ਜੀ ਦੀ ਸੋਚ, ਕਾਂਗਰਸ ਦੀ ਵਿਚਾਰਧਾਰਾ ਜਿਉਂਦੀ ਰਹੇ, ਖੜੀ ਰਹੇ। ਤੇ ਅੱਜ ਮੈਂ ਕੱਲ ਪੇਪਰ ਫਾਈਲ ਕੀਤੇ ਨੇ, ਪਰ ਦੁਖੀ ਹਿਰਦੇ ਨਾਲ ਕੀਤੇ ਨੇ, ਕੋਈ ਖੁਸ਼ੀ ਨਾਲ ਨਹੀਂ ਮੈਂ ਕੀਤਾ। ਸੋ ਇਹਦਾ ਮਤਲਬ ਹੈ ਕਿ ਅੱਜ ਜਿਵੇਂ ਜੋ ਸਾਨੂੰ ਪਤਾ ਲੱਗਿਆ, ਸਾਡੇ ਅੱਖਾਂ ਦੇ ਸਾਹਮਣੇ ਵੀ ਹੋਇਆ ਕਿ ਸ਼੍ਰੀਮਤੀ ਮਮਤਾ ਆਸ਼ੂ ਤੁਹਾਨੂੰ ਮਨਾਉਣ ਵੀ ਆਏ ਕਿ ਛੋਟੀ ਭੈਣ ਬਣ ਕੇ ਜਾਂ ਬੱਚੇ ਬਣ ਕੇ ਤੁਹਾਡੇ ਤੋਂ ਸ਼ਾਇਦ ਤੁਹਾਨੂੰ ਮਨਾਉਣ ਆਏ। ਸੋ ਤੁਹਾਡੀ ਘਰ ਵਾਪਸੀ ਦੀ ਉਮੀਦਾਂ ਹੈਗੀਆਂ ਹਜੇ? ਉਹਨਾਂ ਨੇ ਆਪਣੀ ਗੱਲ ਕੀਤੀ ਹੈ। ਉਹ ਤਾਂ ਮੈਂ ਤਾਂ ਇਹੀ ਕਿਹਾ, ਛੋਟੀ ਭੈਣ ਬਣ ਕੇ ਜਾਂ ਬੱਚਾ ਬਣ ਕੇ, ਤੁਹਾਡਾ ਜੋ ਉਮਰ ਦਾ ਤਕਾਜ਼ਾ ਹੈ, ਸੋ ਅਗਲਾ ਤਾਂ ਆਇਆ ਹੀ ਹੈ। ਸੋ ਮੈਂ ਤਾਂ ਇਹ ਪੁੱਛਿਆ ਕਿ ਘਰ ਵਾਪਸੀ ਦੀ ਉਮੀਦ ਹੈਗੀ ਹੈ? ਨਹੀਂ, ਕੋਈ ਐਸੀ ਨਹੀਂ, ਬਿਲਕੁਲ ਨਹੀਂ। ਮੈਂ ਆਪਣੇ ਸਟੈਂਡ ਤੇ ਖੜਾ, ਮੇਰੇ ਕੋਲ ਕੋਈ ਵੀ ਆ ਸਕਦਾ ਹੈ ਹੁਣ। ਕੋਈ ਬਿਲਕੁਲ ਕੋਈ ਆਪ ਵਾਲਾ ਵੀ ਆ ਸਕਦਾ ਹੈ, ਕੋਈ ਦੂਸਰਾ ਵੀ ਆ ਸਕਦਾ ਹੈ। ਹਿੰਟ ਦੇ ਰਹੇ ਹੋ ਕਿ ਉਹ ਵੀ ਆ ਰਹੇ ਹੈ? ਕੋਈ ਕਿਸੇ ਤੇ ਗੱਲਬਾਤ ਚੱਲ ਰਹੀ ਹੈ, ਮਤਲਬ ਨਾ ਨਹੀਂ, ਕਿਸੇ ਨੂੰ ਨਾ ਨਹੀਂ ਹੈ। ਇਹ ਵੀ ਕਿਹਾ ਜਾਂਦਾ, ਮੈਂ ਨਹੀਂ ਕਹਿ ਰਿਹਾ ਬਾਜ਼ਾਰ 'ਚ ਇਹੋ ਜਿਹੀ ਵੀ ਚਰਚਾਵਾਂ ਸਕਦਾ ਹੈ। ਬਿਲਕੁਲ, ਮੈਂ ਵੀ ਤਾਂ ਉਹੀ ਕਿਹਾ, ਬਿਲਕੁਲ ਗੱਲਾਂ ਚੱਲ ਰਹੀਆਂ ਤਾਂ ਹੀ ਆਊਗੇ। ਕਿਸੇ ਵੀ ਪੋਲੀਟੀਕਲ ਪਾਰਟੀ ਲੋਗਾ ਤੇ ਤੁਹਾਨੂੰ ਫੋਨ ਕਰਕੇ ਹੀ ਆਊਗਾ। ਨਹੀਂ ਗੱਲ, ਮੈਨੂੰ ਕੋਈ ਫੋਨ ਕਰਕੇ ਨਹੀਂ ਆਏ। ਉਹਨਾਂ ਨੂੰ ਵੀ ਪੁੱਛ ਲਓ, ਮਿਲਾ ਲਓ ਫੋਨ ਜੀ, ਵੀ ਬਾਬਾ ਜੀ ਨੂੰ ਫੋਨ ਕਰਕੇ ਗਏ ਸੀ। ਅੱਛਾ,
ਮੈਨੂੰ ਕੋਈ ਮੈਂ ਤੁਹਾਨੂੰ ਜਿਹੜੀ ਮੈਂ ਜਨਰਲ ਗੱਲ ਕਰ ਰਿਹਾ ਵੀ ਕਿਸੇ ਕੋਲੇ ਕੋਈ ਵੀ ਆ ਸਕਦਾ, ਮੈਂ ਵੀ ਹੋ ਸਕਦਾ ਸਵੇਰੇ ਦੋ ਚੌਂ ਕੋਲੇ ਜਾ ਕੇ ਆਇਆ। ਨਹੀਂ ਬਿਲਕੁਲ ਠੀਕ ਹੈ, ਬਿਲਕੁਲ। ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਬਾਜ਼ਾਰ ਦੇ ਵਿੱਚ ਚਰਚਾਵਾਂ ਹੁੰਦੀਆਂ ਕਿ ਇਸ ਵੇਲੇ 'ਚ ਅਕਸਰ ਇੱਦਾਂ ਦੇ ਕੁਝ ਜਿਹੜੇ ਵਰਕਰ ਜਾਂ ਕੁਝ ਸੀਨੀਅਰ ਹੈਗੇ ਆ ਉਹ ਖੜੇ ਹੋ ਜਾਂਦੇ, ਕਹਿੰਦੇ ਚਲੋ ਜੀ ਹੋਰ ਨਹੀਂ ਕੁਝ, ਆਓ ਭਗਤ ਵਧੀਆ ਹੋ ਜਾਂਦੀ, ਪੁੱਛ ਗਿੱਛ ਹੋ ਜਾਂਦੀ ਹੈ, ਅੱਗੇ ਪਿੱਛੇ ਤਾਂ ਪਾਰਟੀ 5 ਸਾਲ ਪੁੱਛਦੀ ਨਹੀਂ, ਇਸ ਵੇਲੇ ਪੁੱਛ ਲੈਂਦੇ। ਕੋਈ ਇੱਦਾਂ ਦੀ ਸਟ੍ਰੈਟਜੀ ਤਾਂ ਨਹੀਂ ਆਪਣੀ ਵੀ? ਗੱਲ ਇਹ ਆ, ਤੁਸੀਂ ਜਾਂ ਤਾਂ ਮੈਨੂੰ ਨਹੀਂ ਜਾਣਦੇ ਜਾਂ ਮੇਰੇ ਇਤਿਹਾਸ ਨੂੰ ਨਹੀਂ ਜਾਣਦੇ। ਕੀ ਕਹਿ ਰਹੇ ਸਰ? ਮੈਂ ਤਾਂ ਕੁਐਸਚਨ ਪੁੱਛ ਰਿਹਾ। ਲੋਕ ਕਿ ਪਤਾ ਨਹੀਂ ਲੋਕ ਕਿਹੜੇ ਆ ਜਿਹੜੇ ਤੁਹਾਡੇ ਕੋਲੇ ਬੈਠ ਕੇ ਤੁਹਾਡੇ ਕੰਨ 'ਚ ਹੀ ਕੁਝ ਕਹਿੰਦੇ ਆ, ਹੋਰ ਕਿਸੇ ਦੇ ਕੰਨ 'ਚ ਚਰਚਾਵਾਂ ਹੁੰਦੀਆਂ ਬਾਜ਼ਾਰ ਦੇ ਵਿੱਚ। ਤੁਸੀਂ ਸਾਰੇ ਮੈਨੂੰ ਆਹ ਦੱਸੋ ਪਹਿਲਾਂ, ਮੀਡੀਆ ਨੂੰ ਹੀ ਕਿਉਂ ਦੋਸ਼ੀ ਸਮਝਣ ਲੱਗ ਜਾਂਦੇ ਹੋ? ਨਹੀਂ ਕਿਤੇ ਨਾ, ਮੈਨੂੰ ਉਹ ਦੱਸੋ ਅੱਜ ਤੋਂ ਪਹਿਲਾਂ ਮੈਂ ਕਿੰਨੀ ਵਾਰੀ ਖੜਿਆ? ਦੱਸੋ ਕਿੰਨੀ ਵਾਰੀ ਖੜਿਆ ਮੈਂ? ਖੜਿਆ ਕਿਤੇ ਚੋਣ ਸਿਧਾਂਤਾਂ ਨਾਲ ਤਾਂ ਅਸੀਂ ਹਮੇਸ਼ਾ ਹੀ ਖੜੇ ਨਜ਼ਰ ਆਏ। ਮੇਰੀ ਗੱਲ ਸੁਣੋ, ਸਿਧਾਂਤਾਂ ਨਾਲ ਤਾਂ ਹਮੇਸ਼ਾ ਹੀ ਖੜੇ ਆਏ ਹੋ। 30 ਸਾਲ ਹੋ ਗਏ ਟਿਕਟ ਮੰਗਦੇ ਨੂੰ, 30 ਸਾਲ ਹੋ ਗਏ। ਮੈਂ 1992 ਦਾ ਟਿਕਟ ਮੰਗ ਰਿਹਾ ਹਾਂ, 92 'ਚ ਨਹੀਂ ਮਿਲੀ, 97 'ਚ ਨਹੀਂ ਮਿਲੀ, 2002 'ਚ ਨਹੀਂ ਮਿਲੀ, 7 'ਚ ਨਹੀਂ ਮਿਲੀ, 12 'ਚ ਨਹੀਂ ਮਿਲੀ, 17 'ਚ ਨਹੀਂ ਮਿਲੀ, ਹੁਣ 22 ਆ ਗਿਆ। ਸੁਣ ਲਓ ਹੁਣ ਮੇਰੀ ਗੱਲ ਸੁਣੋ, ਕੋਈ ਬੰਦਾ ਕਿਸੇ ਚੀਜ਼ ਨੂੰ ਕਿੰਨੀ ਦੇਰ ਸਹਿਨ ਕਰ ਸਕਦਾ, ਉਹਦੇ ਵੀ ਕੋਈ ਹੱਦ ਹੁੰਦੀ ਹੈ। ਮੈਂ 6 ਵਾਰੀ ਸਹਿਨ ਕਰ ਲਿਆ ਤੇ 7ਵੀਂ ਵਾਰੀ ਖੜਾ ਵਾਂ, ਤੇ ਇਹਦੇ ਲਈ ਕੀ ਹੁੰਦਾ ਕੀ ਨਹੀਂ ਹੁੰਦਾ ਕੀ ਆ, ਉਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਮੈਨੂੰ ਤਾਂ ਇੱਕ ਸਿਧਾਂਤ ਦੀ ਗੱਲ ਕਰਦਾ, ਮੈਂ ਅਸੂਲ ਦੀ ਗੱਲ ਕਰਦਾ। ਮੈਂ ਉਹ ਕਰਨੋਂ ਨਹੀਂ ਹਟਾਂਗਾ ਮੇਰੇ ਜਿੰਨਾ ਚਿਰ ਇਹ ਰਗਾਂ 'ਚ ਖੂਨ ਚੱਲਦਾ। ਜੇ ਮੈਂ 6 ਵਾਰੀ ਇਗਨੋਰ ਹੋਣ ਤੇ ਕੁਛ ਨਾ ਕਰਾਂ ਤਾਂ ਐਂ ਲੱਗਦਾ ਮੇਰਾ ਖੂਨ ਜਾਮ ਹੋ ਗਿਆ। ਦਾ ਮਤਲਬ ਮਾੜਾ ਮੋਟਾ ਰਗਾਂ 'ਚ ਖੂਨ ਚੱਲਦਾ ਨਹੀਂ ਹੈ, ਤੇ ਇਹ ਖੂਨ ਚੱਲਦਾ ਹੈ। ਹੁਣ ਮੈਂ ਆਪਣੇ ਅਸੂਲਾਂ ਦੇ, ਆਪਣੇ ਸਿਧਾਂਤਾਂ ਤੇ ਆਪਣੀ ਸੋਚ ਮੁਤਾਬਕ ਕੰਮ ਕਰ ਰਿਹਾ। ਮੈਨੂੰ ਪਤਾ ਤੁਹਾਡੇ ਵਰਗੇ ਦੇਸ਼ ਭਗਤ ਪਰਿਵਾਰ ਮੇਰਾ ਸਾਥ ਦੇਣਗੇ ਤੇ ਉਹ ਮੇਰੇ ਨਾਲ ਖੜਨਗੇ, ਉਹ ਝੰਡਾ ਬੁਲੰਦ ਕਰਨਗੇ। ਮੈਂ ਇੱਥੇ ਪੁੱਛਣਾ ਚਾਹਾਂਗਾ, ਤੁਹਾਡੇ ਨਾਲ ਹੋਰ ਵੀ ਕੁਝ ਕੈਂਡੀਡੇਟ ਸੀਗੇ, ਤੁਹਾਡੇ ਹੀ ਸਾਥੀ ਬੇਲੀ, ਜਿਨ੍ਹਾਂ ਨੇ ਉਹਨਾਂ ਦੀ ਵੀ ਟਿਕਟ ਕੱਟੀ ਗਈ, ਕਿਉਂਕਿ ਜਿੱਦਾਂ ਤੁਸੀਂ ਦਾਅਵੇਦਾਰੀ ਠੋਕੀ ਸੀ ਉਹ ਵੀ ਕਾਫੀ ਦੇਰ ਦੇ ਦਾਅਵੇਦਾਰੀ ਠੋਕ ਰਹੇ ਸੀ, ਉਹਨਾਂ ਦੀ ਵੀ ਕੱਟੀ ਗਈ। ਪਰ ਉਹਨਾਂ ਨੇ ਜਿਹੜੇ ਲੁਧਿਆਣੇ ਦੇ ਮੰਤਰੀ ਤੇ ਬਹੁਤ ਸਾਰੇ ਇਲਜ਼ਾਮ ਆਰੋਪ ਲਗਾਏ ਹੈ, ਤੁਸੀਂ ਉਹਨਾਂ ਨਾਲ ਰਾਬਤਾ ਰੱਖਦੇ ਹੋ ਜਾਂ ਨਹੀਂ? ਮੇਰਾ ਕਿਸੇ ਇੱਕ ਸੁਣ ਲਓ ਗੱਲ, ਮੇਰੀ ਆਪਣੀ ਸੋਚ ਹੈ, ਦੂਜਿਆਂ ਦੀ ਆਪਣੀ ਸੋਚ ਹੈ। ਸੋਚ ਕਦੇ ਕਿਸੇ ਦੀ ਕਿਸੇ ਨਾਲ ਨਹੀਂ ਰਲਦੀ ਹੁੰਦੀ। ਉਹ ਆਰੋਪ ਕੋਈ ਲਾਉਂਦੇ ਆ ਨਹੀਂ ਲਾਉਂਦੇ, ਮੈਨੂੰ ਉਹਨਾਂ ਤਾਂ ਕੋਈ ਮਤਲਬ ਨਹੀਂ। ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲਾਂ ਕੀਤੀਆਂ ਤੇ ਹੁਣ ਵੀ ਕਰ ਰਿਹਾ। ਮੈਂ ਜਿਹੜੀਆਂ ਗੱਲਾਂ ਜਲੇਬੀ ਵਾਲੀ ਸਿੱਧੀਆਂ ਕਰ ਰਹੇ ਹੋ, ਕਿਉਂਕਿ ਦੇਖੋ ਜੋ ਸਾਨੂੰ ਸਮਝ ਲੱਗਦੀ ਹੈ, ਲੋਕੀ ਇਹ ਕਹਿੰਦੇ ਕਿ ਪਹਿਲਾਂ ਬਾਬਾ ਜੀ ਇੱਕ ਵਾਰੀ ਲਾਈਵ ਹੋਏ ਸੀ ਫੇਸਬੁੱਕ ਤੇ, ਉਦੋਂ ਉਹਨਾਂ ਨੇ ਹਲਕਾ ਵੈਸਟ ਦੇ ਜਿਹੜੇ ਉਮੀਦਵਾਰ ਹੈਗੇ ਆ ਉਹਨਾਂ ਬਾਰੇ ਬਹੁਤ ਕੁਝ ਬੋਲਿਆ ਸੀ ਕਿ ਇਹਨਾਂ ਨੇ ਪਾਰਟੀ ਦੀ ਆਈਡੀਓਲੋਜੀ ਨੂੰ ਧੱਕਾ ਕੀਤਾ, ਇਹਨਾਂ ਨੇ ਆਪਣੇ ਸਿੰਗਲ ਬੋਰਡ ਲਾਏ ਆ। ਫਿਰ ਤੁਸੀਂ ਕਰੋ ਦੁਬਾਰਾ, ਫਿਰ ਤੁਸੀਂ, ਮੈਂ ਤਾਂ ਕਹਿ ਰਿਹਾ, ਉਹੀ ਤਾਂ ਕਹਿ ਰਿਹਾ, ਫਿਰ ਤੁਸੀਂ, ਤੁਹਾਡੀ ਟਿਕਟ ਸਾਊਥ ਚੋਂ ਕੱਟੀ ਗਈ, ਤੁਹਾਡੀ ਟਿਕਟ ਸਾਊਥ ਚੋਂ ਕੱਟੀ ਗਈ, ਖੜੇ ਤੁਸੀਂ ਵੈਸਟ ਚੋਂ ਹੁੰਦੇ ਹੋ, ਫਿਰ ਕਹਿੰਦੇ ਹੋ ਅਸੀਂ ਬੁਲਵਾਨੇ ਆ। ਸਰ ਜਨਤਾ ਵੀ ਸਮਝਦੀ ਹੈ, ਜਨਤਾ ਵੀ ਅੱਜ ਵੋਟਰ ਵੀ ਕੋਈ ਇਹ ਏਦਾਂ ਹੈ ਨਹੀਂ ਕਿ ਵੋਟਰ ਨੂੰ ਕਹੋਗੇ ਭਾਈ ਆ ਨਾਲਾ ਵਗਦਾ ਤੇ ਉਹ ਸੋਚੇ ਨਾਲਾ। ਕਹਿੰਦਾ ਬਈ ਆਈਡੀਓਲੋਜੀ ਤੋਂ, ਵਿਚਾਰਧਾਰਾ ਤੋਂ, ਆਈਡੀਓਲੋਜੀ ਬਿਲਕੁਲ ਠੀਕ ਹੈ। 6 ਸੀਟਾਂ ਸੀਗੀਆਂ, ਸਾਊਥ ਚੋਂ ਸੀਟ ਕੱਟੀ ਗਈ, ਸਾਊਥ ਚੋਂ ਖੜਦੇ ਨਾ ਤੁਸੀਂ, ਖੜੇ ਸਭ ਤੋਂ ਵਧੀਆ ਸੀਟ ਤੇ ਖੜੇ। ਜਾਂ ਤਾਂ ਹੁਣ ਇੱਥੇ ਇਹ ਆ ਲੋਕਾਂ 'ਚ ਕਿ ਜਾਂ ਤਾਂ ਵੈਲਿਊ ਵੱਡੀ ਪਊਗੀ ਵੱਡੀ ਸੀਟ ਤੇ, ਜਾਂ ਫਿਰ ਇਹ ਐਂ ਵੀ ਹੁੰਦਾ ਤੁਸੀਂ ਇਹ ਨਹੀਂ ਤੁਸੀਂ ਇਹ ਸੀਟਾਂ ਕਦੋਂ ਨਾਪਦੇ ਹੋ ਵੀ ਵੱਡੀ ਸੀਟ ਛੋਟੀ ਸੀਟ ਵੈਲਿਊ ਵੱਧ? ਕਿਉਂਕਿ ਸਭ ਤੋਂ ਜ਼ਿਆਦਾ ਕੰਮ ਸਮਾਰਟ ਸਿਟੀ ਹੈ ਨਾ ਜੀ, ਸਭ ਤੋਂ ਜ਼ਿਆਦਾ। ਮੈਂ ਗੋਲੀਆਂ ਖਾਧੀਆਂ ਸਰੀਰ ਤੇ, ਉਦੋਂ ਖੜਦੇ ਸਾਊਥ 'ਚ ਨਾ, ਫਿਰ ਵੈਸਟ 'ਚ ਕਿਉਂ ਖੜੇ? ਆ ਇੱਕ ਸੁਣਾ ਦਿਖਾ ਬਈ, ਆ AK-47 ਦੀਆਂ ਗੋਲੀਆਂ ਪੈਸੇ ਲੈਣ ਲਈ ਨਹੀਂ ਖਾਧੀਆਂ ਜੀ। ਅੱਛਾ, ਉਦੋਂ ਹਲਕਿਆਂ ਦੇ ਵਿੱਚ 450 ਵੋਟ ਤੇ MLA ਬਣੇ। ਉਦੋਂ ਮੇਰੇ ਪਿੰਡ ਤੋਂ 1 ਵੋਟ ਪਈ, ਗਿਨੀਜ਼ ਬੁੱਕ ਆਫ ਰਿਕਾਰਡ 'ਚ ਮੇਰਾ ਨਾਮ ਲਿਖਿਆ ਜਾ ਰਿਹਾ ਹੈ, ਤੇ ਕਾਂਗਰਸ ਵਾਲਿਆਂ ਨੇ 117 'ਚ ਨਹੀਂ ਲਿਖਿਆ। ਤੇ ਉਹ ਗਿਲਾ ਹੈ, ਵੱਡਾ ਗਿਲਾ ਹੈ, ਵੱਡਾ ਰੋਸ ਹੈ। ਗਿਲਾ ਤੁਹਾਡਾ ਜਾਇਜ਼ ਹੈ, ਗਿਲਾ ਤੁਹਾਡਾ ਜਾਇਜ਼ ਹੈ। ਫਿਰ ਸਾਊਥ ਤੋਂ ਖੜਦੇ ਜਿੱਥੋਂ ਖੱਟੀ ਗਈ ਸੀ, ਤੁਸੀਂ ਖੜੇ ਵੈਸਟ 'ਚ ਆ ਕੇ, ਤੁਸੀਂ ਬੋਲਦੇ ਵੈਸਟ ਦੇ ਕੈਂਡੀਡੇਟ ਬਾਰੇ। ਮੈਂ ਗੱਲ ਸੁਣੋ, ਆ ਮੇਰੀ ਕਰਮ ਭੂਮੀ ਆ, ਮੈਂ ਘਰ ਬੈਠਾ, ਮੈਂ ਘਰ ਬੈਠਾ ਤੁਹਾਡੇ ਨਾਲ ਗੱਲ ਕਰ ਰਿਹਾ। ਉੱਥੇ ਮੈਂ ਜਾ ਕੇ ਲੜਦਾ ਸੀ ਵੀ ਕਿਸੇ, ਮੈਂ ਉੱਥੋਂ ਮੰਗ ਹੀ ਰਹੇ ਸੀ ਨਾ ਬਾਬਾ ਜੀ, ਉੱਥੋਂ ਮੈਂ ਮੰਗਦਾ ਸੀ। ਮੈਂ ਕੁਝ ਅਸੂਲ ਦੀ ਗੱਲ ਕਰਦਾ ਸੀ। ਜੇ ਅਸੂਲ ਦੀ ਗੱਲ ਕਰਨਾ ਗੁਨਾਹ ਤਾਂ ਆਪਾਂ ਗਾਹਾਂ ਤੋਂ ਨਹੀਂ ਕਰਾਂਗੇ। ਮੈਂ ਅਸੂਲ ਦੀ ਗੱਲ ਇਹ ਕਰਦਾ ਸੀ ਕਿ ਇੱਥੋਂ ਆਲਰੇਡੀ ਕੈਂਡੀਡੇਟ ਅਨਾਉਂਸ ਹੋ ਗਿਆ, ਉਧਰੋਂ ਹੋ ਗਿਆ, ਉਹ ਖਾਲੀ ਸੀ,
ਉੱਥੋਂ ਉੱਥੇ ਉਹ ਸੀਟ ਤੇ ਤੁਹਾਨੂੰ ਪਤਾ ਭੁਪਿੰਦਰ ਸਿੰਘ ਕੈਨੇਡਾ ਤੋਂ ਆਏ ਸੀ, ਸਾਡੀ ਕਾਂਗਰਸ ਪਾਰਟੀ ਨੇ ਮੰਗਵਾਏ ਸੀ, ਉਹਨਾਂ ਨੂੰ ਮੰਗਵਾਇਆ। ਉਹ 3 ਮਹੀਨੇ ਰਹੇ, ਇਲੈਕਸ਼ਨ ਲੜ ਕੇ ਚਲੇ ਗਏ। ਉਹ ਆਪਣਾ ਲੜ ਕੇ ਚਲੇ ਗਏ ਵਾਪਸ। ਉਦੋਂ ਬਾਅਦ ਉਹ ਹਲਕਾ ਖਾਲੀ ਸੀ ਤਾਂ ਮੈਂ ਉੱਥੇ ਅਪਲਾਈ ਕੀਤਾ। ਮੈਂ ਅਪਲਾਈ ਕੀਤਾ, ਨਹੀਂ ਮਿਲੀ, ਨਹੀਂ ਟਿਕਟ ਮਿਲੀ। ਉੱਥੇ ਕੋਈ ਇਹਨਾਂ ਨੂੰ ਵੱਡੇ ਕੱਦ ਕਾਠ ਵਾਲਾ ਚਾਹੀਦਾ ਸੀ, ਮੇਰੇ ਨਾਲ 2-3 ਇੰਚ ਕੱਦ ਵੱਡਾ ਸੀ ਜਿਹਨੂੰ ਟਿਕਟ ਦਿੱਤੀ ਆ। ਸਿਰਫ ਕੱਦ ਕਰਕੇ ਮਿਲੀ ਹੈ ਟਿਕਟ? ਹਾਂ, ਕੱਦ ਕਰਕੇ। ਤੇ ਉਹਨਾਂ ਨੇ ਉਦੋਂ ਬਾਅਦ ਮੈਂ ਆਪਦੇ ਘਰ ਵਾਪਸ ਆ ਗਿਆ। ਜਦ ਮੈਂ ਉੱਥੇ ਗਿਆ ਲੜਨ ਲਈ, ਨਹੀਂ ਉਹਨਾਂ ਨੇ ਦਿੱਤੀ ਤਾਂ ਮੈਂ ਘਰ, ਜਿੱਥੇ ਮੇਰੀ ਜਨਮ ਕਰਮ ਭੂਮੀ ਆ, ਮੈਂ ਉੱਥੇ ਵਾਪਸ ਆ ਗਿਆ। ਕੀ ਆਪਣੀ ਕਰਮ ਭੂਮੀ ਚ ਆਉਣਾ ਵਾਪਸ ਕੋਈ ਗੁਨਾਹ ਵਾ? ਮੈਂ 95 ਤੋਂ 21 ਜੁਲਾਈ 95 ਤੋਂ ਇਸ ਘਰ ਦੇ ਵਿੱਚ ਰਹਿ ਰਿਹਾ ਤੇ ਅੱਜ 26 ਸਾਲ ਹੋ ਗਏ। ਇੱਥੇ ਮੈਂ ਬਾਹਰੀ ਹੋ ਗਿਆ, ਉੱਥੇ ਮੈਂ ਅੰਦਰਲਾ ਕੈਂਡੀਡੇਟ ਸੀ ਸਾਊਥ ਦੇ ਵਿੱਚ। ਮੈਨੂੰ ਇਹ ਦੱਸੋ, ਤੁਸੀਂ ਕਹਿੰਦੇ ਹੋ ਸਾਊਥ ਜਾਂਦਾ, ਸਾਊਥ ਮੈਂ ਅਪਲਾਈ ਕੀਤਾ। ਮੈਂ ਅਸੂਲ ਦੀ ਗੱਲ ਕੀਤੀ, ਜੇ ਅਸੂਲ ਦੀ ਗੱਲ ਕਰਨਾ ਵੀ ਬੇਅਸੂਲੀ ਆ ਤਾਂ ਫਿਰ ਇਹਨੂੰ ਬੇਅਸੂਲੀ ਸਮਝ ਲਓ। ਸਾਊਥ ਦੇ ਨਾਲ ਚਲੋ ਤੁਸੀਂ ਕਹਿੰਦੇ ਹੋ ਇੱਥੇ ਰਹਿੰਦੇ ਸੀਗੇ, ਮੈਂ ਕਹਿੰਦਾ ਲੋਕਾਂ ਦੇ ਵਿੱਚ ਇਹ ਹੈਗਾ ਕਿ ਪੰਜ ਹੋਰ ਨੇ ਜਿਹੜੇ ਤੁਹਾਨੂੰ ਇਹ ਜਿਹੀਆਂ ਗੱਲਾਂ ਦੱਸਦੇ ਨੇ। ਬਿਲਕੁਲ ਸਾਨੂੰ ਬਿਲਕੁਲ ਕਰਦੇ ਆ ਜੀ। ਨਹੀਂ ਅਸੀਂ ਤਾਂ ਬਿਲਕੁਲ ਨਾਲ ਨਹੀਂ, ਗਲਤ ਗੱਲਾਂ ਨਹੀਂ ਕਰਦੇ। ਲੋਕ ਸੱਚ ਕਰਦੇ ਆ, ਜਨਤਾ ਜਨਾਰਦਨ ਹਮੇਸ਼ਾ ਸੱਚ ਬੋਲਦੀ ਹੈ। ਨੇਤਾ ਜਿਹੜੇ ਹੈਗੇ ਆ ਉਹ ਆਪਣੀ ਆਈਡੀਓਲੋਜੀ ਚੇਂਜ ਕਰ ਦਿੰਦੇ। ਜਿਹੜੇ ਬੰਦੇ ਅਸੀਂ ਕੁਐਸਚਨ ਨਹੀਂ ਗੋਲ ਲੋਕ, ਮਤਲਬ ਤੁਸੀਂ ਕਹਿ ਰਹੇ ਹੋ ਜਨਤਾ ਗਲਤ ਕਹਿੰਦੀ ਹੈ, ਲੋਕ ਤਾਂ ਜਨਤਾ ਹੈ। ਇਹਦਾ ਮਤਲਬ ਮੈਂ ਕਿਹਾ ਲੋਕ ਤਾਂ ਜਨਤਾ, ਲੋਕ ਤਾਂ ਵੋਟਰ ਹੈ। ਇਹਦਾ ਮਤਲਬ ਤੁਸੀਂ ਵੋਟਰਾਂ ਨੂੰ ਗਲਤ ਕਹਿ ਰਹੇ ਹੋ। ਤੁਸੀਂ ਵੋਟਰਾਂ ਨੂੰ ਗਲਤ ਕਹਿ ਰਹੇ ਹੋ। ਮੈਂ ਵੋਟਰ ਨੂੰ ਨਹੀਂ ਕਹਿ ਰਿਹਾ, ਲੋਕ ਤਾਂ ਵੋਟਰ ਹੈ। ਪਰ ਜਿਹੜੀ ਗੱਲ ਤੁਸੀਂ ਕਰਦੇ ਹੋ ਪੁੱਠੀ ਕਰਦੇ ਹੋ। ਪੁੱਠੀ ਦਾ ਮਤਲਬ ਹੈ ਵੀ ਤੁਹਾਨੂੰ ਲੋਕ ਗਲਤ ਸਿਖਾਉਂਦੇ ਆ। ਨਹੀਂ, ਗਲਤ ਨਹੀਂ ਸਿਖਾਉਂਦੇ। ਲੋਕ ਵੋਟਰ ਹੈ, ਵੋਟਰ ਨਹੀਂ ਸਾਡੀ ਤਾਂ ਅਸੀਂ ਤਾਂ ਹਮੇਸ਼ਾ ਦਾਗਦਾਰ ਹੀ ਰਹਿਣਾ, ਕਿਉਂਕਿ ਅਸੀਂ ਤੁਹਾਨੂੰ ਪੁੱਛ ਲਿਆ ਤਾਂ ਦਾਗਦਾਰ, ਅੱਗੇ ਵਾਲਾ ਵੀ ਦਾਗਦਾਰ। ਜਿਹੜਾ ਪੱਤਰਕਾਰੀ ਕੋਈ ਦਿੱਕਤ ਨਹੀਂ ਹੈ। ਜਿਹੜੀ ਪੱਤਰਕਾਰੀ ਤੁਹਾਡੀ ਛਵੀ ਹੈ ਤਰੋਂ ਤਾਰੇ ਵਾਂਗੂ ਚਮਕਦੀ ਹੈ, ਪਰਮਾਤਮਾ ਇਦੋਂ ਵੱਧ ਚਮਕਾਵੇ, ਪਰ ਲੋਕਾਂ ਦੀਆਂ ਇਹੋ ਜਿਹੀਆਂ ਗੱਲਾਂ 'ਚ ਨਾ ਆਇਆ ਕਰੋ। ਨਹੀਂ, ਅਸੀਂ ਗੱਲਾਂ 'ਚ ਨਹੀਂ ਆਉਂਦੇ, ਸਾਨੂੰ ਤਾਂ ਅਸੀਂ ਪੱਕੀ ਗੱਲ ਕਰਦੇ ਹਾਂ। ਤਾਂ ਹੀ ਕਹਿ ਰਹੇ ਲੋਕਾਂ ਦੇ ਵਿੱਚ ਇਹ ਸੀ ਕਿ 5 ਸੀਟਾਂ ਸੀਗੀਆਂ, ਕਿਤੇ ਹੋਰ ਖੜ ਜਾਂਦੇ। ਦੇਖੋ ਕੋਆਰਡੀਨੇਸ਼ਨ ਹੋਣਾ। ਅਗਲੀ ਵਾਰੀ ਜਿੱਥੇ ਤੁਸੀਂ ਕਹੋਗੇ ਸ਼ਰਮਾ ਜੀ ਉੱਥੇ ਖੜਾ ਨਹੀਂ। ਹੋਰ ਜਨਤਾ ਦੇ ਕਹੇ ਤੇ ਖੜੋ ਜੀ, ਵੋਟ ਜਨਤਾ ਨੇ ਪਾਣੀ ਹੈ। ਲੜਨੀ ਪਾਰਲੀਮੈਂਟ ਵੀ ਆ, ਲੁਧਿਆਣਾ ਲੜੀਏ ਕਿ ਕਿਤੋਂ ਬਾਹਰ ਲੜੀਏ, ਇਹ ਦੱਸੋ। ਤੁਸੀਂ ਜਿੱਥੋਂ ਕਹੋ ਜਨਤਾ ਨੂੰ ਪੁੱਛੋ, ਜਿਹੜੀ ਜਨਤਾ ਨੇ ਵੋਟ ਬਸ ਜਨਤਾ ਦੀ ਰਿਪੋਰਟ ਪੁੱਛ ਕੇ ਦੱਸ ਦਾਂਗੇ ਜੀ। ਜਨਤਾ ਦੀ ਰਿਪੋਰਟ ਅਸੀਂ ਪੁੱਛ ਕੇ ਅਸੀਂ ਕਹਿ ਦਿੰਨੇ ਆ ਕਿ ਥੱਲੇ ਹੀ ਕਮੈਂਟ ਪਾ ਦੇਣਗੇ, ਤਾਂ ਕਿ ਜਨਤਾ, ਜਿਵੇਂ ਆਮ ਆਦਮੀ ਪਾਰਟੀ ਨੇ ਵੀ ਕਿਹਾ ਨਾ ਕਿ ਅਸੀਂ ਜਨਤਾ ਨੂੰ ਪੁੱਛ ਕੇ ਸੀਐਮ ਚਿਹਰਾ ਸਿਲੈਕਟ ਕੀਤਾ। ਉਹ ਤਾਂ ਮੈਂ ਹੈਰਾਨ ਆ, ਲੱਖਾਂ ਫੋਨਾਂ ਨੂੰ 2 ਦਿਨ 'ਚ ਸਮਾ ਲੈਂਦੇ ਨੇ। ਉਹਨਾਂ ਕੋਲੇ ਜਿਹੜੀ ਟੈਕਨੋਲੋਜੀ ਆ, ਆਪਾਂ ਉਹੋ ਜੀ ਨਹੀਂ ਲੈਣੀ ਹੈ ਟੈਕਨੋਲੋਜੀ। ਤੁਸੀਂ ਆਪਣੀ ਸਾਫ਼ ਸੁਥਰੀ ਟੈਕਨੋਲੋਜੀ ਰੱਖੋ। ਚਲੋ ਮੈਨੂੰ ਇੱਕ ਗੱਲ ਦੱਸੋ, ਹੁਣ ਫਾਈਨਲੀ ਤੁਹਾਨੂੰ ਸ਼੍ਰੀਮਤੀ ਮਮਤਾ ਆਸ਼ੂ ਵੀ ਆਏ, ਤੁਹਾਡੇ ਕੋਲ ਆਏ, ਮਾਨ ਮਨਵਤ ਕਰਨ ਦੀ ਕੋਸ਼ਿਸ਼ ਕੀਤੀ, ਘਰ ਦੇ ਵੱਡਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਜਿੱਥੇ ਤੱਕ ਤੁਸੀਂ, ਸਾਨੂੰ ਪਤਾ ਕਿ ਤੁਸੀਂ ਉਹ ਸੀਨੀਅਰ ਪਾਰਟੀ ਦੇ ਟਕਸਾਲੀ ਵਰਕਰਾਂ 'ਚੋਂ, ਨੇਤਾਵਾਂ 'ਚੋਂ ਹੈਗੇ ਹੋ, ਜਿਨ੍ਹਾਂ ਦੇ ਅੱਗੇ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸ਼ਾਇਦ ਆਪਣਾ ਕੈਰੀਅਰ ਸਟਾਰਟ ਵੀ ਕੀਤਾ ਸੀ। ਸ਼ਾਇਦ ਟਿਕਟਾਂ ਜਦੋਂ ਵੰਡੀਆਂ ਗਈਆਂ ਸੀ, ਕਾਉਂਸਲਰ ਦੀ ਟਿਕਟ ਵੀ ਦਿੱਤੀ ਸੀ ਐਸੇ ਸੀਟ ਤੋਂ 2003 ਦੇ ਵਿੱਚ। ਤੁਸੀਂ ਆਪ ਦਵਾਈ ਸੀ? ਮੈਂ ਦਿੱਤੀ, ਮੈਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਸੀ। ਨਾਲੇ ਉਹ ਜਗਮੋਹਨ ਸ਼ਰਮਾ ਜੀ ਕਹੀ ਜਾਂਦੇ ਸੀ ਕਿ ਮੈਂ ਦਿੱਤੀ। ਮੈਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਸੀ। ਕਮਾਲ ਦੀ ਗੱਲ। ਜਗਮੋਹਨ ਸ਼ਰਮਾ ਕੀ ਸੀ? ਜਗਮੋਹਨ ਸ਼ਰਮੇ ਨੂੰ ਪੁੱਛ ਲਓ ਜਾ ਕੇ। ਉਹ ਤਾਂ ਆਪ ਕਈ ਵਾਰੀ ਸਾਨੂੰ ਮੈਂ ਤੁਹਾਨੂੰ ਸੰਨ ਨਾਲ ਬੋਲ ਰਿਹਾ। ਜੇ ਕਹੋ ਮੈਂ ਡੇਟ ਤੇ ਟਾਈਮ ਵੀ ਬੋਲ ਸਕਦਾ। ਗੁਰਚਰਨ ਸਿੰਘ ਗਾਲਬ ਵਾਸ ਦਾ ਮੈਂਬਰ ਆਫ ਪਾਰਲੀਮੈਂਟ ਜਦੋਂ ਅਸੀਂ ਦਿੱਤੀ ਸੀ, ਉਹਨੂੰ ਪੁੱਛ ਲਓ ਕੌਣ ਸੀ। ਸੋ ਫਿਰ ਮਤਲਬ ਤੁਹਾਡੇ ਟਿਕਟ ਦਿੱਤੀ ਤੇ ਵੀ ਵੈਲਿਊ ਨਹੀਂ ਪਈ। ਤੂੰ ਗੱਲ ਉਹ ਨਹੀਂ ਵੈਲਿਊ ਹੈ, ਉਹ ਤਾਂ ਸਾਡਾ ਉਸ ਟਾਈਮ ਦਾ ਜਿਹੜੀ ਡਿਊਟੀ ਸੀ। ਮੇਰਾ ਤਾਂ ਕਹਿਣ ਦਾ ਭਾਵ, ਇੱਕ ਵਰਕਰ ਦਾ, ਇੱਕ ਪ੍ਰਧਾਨ ਦਾ ਇੱਕ ਰਿਸ਼ਤਾ ਹੁੰਦਾ ਹੈ ਬਈ। ਅੱਜ ਉਹ ਤਰੱਕੀ ਕਰ ਗਿਆ, ਕੋਈ ਗੱਲ ਨਹੀਂ, ਕਰਨੀ ਚਾਹੀਦੀ ਹੈ, ਹਰ ਬੰਦੇ ਨੂੰ ਕਰਨੀ ਚਾਹੀਦੀ ਹੈ, ਪਰ ਨਾਲ ਦੀ ਨਾਲ ਪਾਰਟੀ ਦੇ ਅਸੂਲਾਂ ਦੀ ਵੀ ਪਾਲਣਾ ਕਰਨੀ ਚਾਹੀਦੀ। ਉਹ ਪਾਲਣਾ ਨਹੀਂ ਕਰ ਰਹੇ। ਹਾਂ, ਇਹ ਤਾਂ ਹੈ ਹੀ। ਜੇ ਅਸੂਲਾਂ ਦੀ ਪਾਲਣਾ ਕਰਦੇ, ਚੀਮੇ ਦੀ ਬਜਾਏ ਕ੍ਰਿਸ਼ਨ ਕੁਮਾਰ ਬਾਵਾ ਕੈਂਡੀਡੇਟ ਹੁੰਦਾ। ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਨਾਰਾਜ਼ਗੀ ਹੈਗੀ ਹੈ ਕਿ ਉਹਨਾਂ ਨੇ ਤੁਹਾਨੂੰ ਰਿਕਮੈਂਡ ਨਾ ਕਰਕੇ ਉਹਨੂੰ ਕੀਤਾ ਜੀ। 100%। ਇਹਦਾ ਕੀ ਰੀਜ਼ਨ, ਜਦ ਕਿ ਉਹਨਾਂ ਨੂੰ ਇਸ ਚੀਜ਼ ਦੀ ਸਾਲ ਤੋਂ ਉਹਨੂੰ ਬਿਠਾਇਆ ਸੀ। ਆ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਸੀ, ਸਾਰਾ ਕੁਝ ਸੀ, ਉਹ ਸਾਰਾ ਉਸ ਵੱਲ। ਮੈਨੂੰ ਇਹ ਤਾਂ ਦੱਸ ਦਿਓ ਵੀ ਉਹਦੇ 'ਚ ਕਿਹੜੇ ਸਾਡੇ ਨਾਲੋਂ ਐਕਸਟਰਾ ਗੁਣ ਨੇ, ਜਾਂ ਸਾਡੇ ਵਾਲੇ ਵੀ ਗੁਣ ਨੇ, ਜਾਂ ਮੇਰੇ ਗੁਣਾਂ 'ਚੋਂ 2 ਗੁਣ ਵੀ ਉਹਦੇ ਵਿੱਚ ਹੈਗੇ ਨੇ। ਜੇ ਮੈਂ 9 ਗੁਣ ਗਣਾਉਣਾ ਆਪਦੇ,
ਉਹ ਮੇਰੇ ਬਰਾਬਰ ਦੇ 2 ਗਣਾ ਦੇਵੇ ਤਾਂ ਵੀ ਤੁਸੀਂ ਉਹਨੂੰ ਦੇ ਦਿਓ। ਮੈਂ ਕਹਿੰਦਾ ਕਿ ਚਲੋ ਫਿਰ ਜਦੋਂ ਤੁਹਾਡੀ ਇੰਨੀ ਨਾਰਾਜ਼ਗੀ ਸੀ, ਟਿਕਟ ਵੀ ਤੁਸੀਂ ਕਿਹਾ ਮੈਂ ਇੱਥੋਂ ਹੀ ਬੈਠ ਕੇ ਇਸੇ ਹਲਕੇ 'ਚੋਂ ਦਿੱਤੀ ਸੀ, ਤੇ ਤੁਸੀਂ ਐਜ਼ ਏ ਸੀਨੀਅਰ ਵੱਡੇ ਹੋਣ ਦੇ ਕਹਿੰਦੇ ਨਾ ਇੱਕ ਕਹਾਵਤ ਮੈਨੂੰ ਯਾਦ ਆਤੀ ਹੈ, ਪੂਤ ਕਪੂਤ ਹੋਤ ਹੈ ਮਾਤ ਕੁਮਾਤ ਨਾ ਹੋਤ। ਤੇ ਤੁਸੀਂ ਵੱਡੇ ਸੀਗੇ, ਤੁਸੀਂ ਫੋਨ ਕਰਕੇ ਪੁੱਛ ਹੀ ਲੈਂਦੇ, ਭਰਾ ਮੇਰੇ ਤੋਂ ਛੋਟੇ ਭਰਾਵਾ ਵੀਰ ਮੇਰੇ ਤੋਂ ਕਿਹੜੀ ਗਲਤੀ ਹੋ ਗਈ, ਮੈਨੂੰ ਕਿਉਂ ਨਹੀਂ ਰਿਕਮੈਂਡ ਕੀਤਾ, ਸ਼ਾਇਦ ਵਾਪਸ ਦਿਲ ਦੀਆਂ ਸਾਂਝਾਂ ਮਿਲ ਜਾਂਦੀਆਂ। 6 ਵਾਰੀ ਪਹਿਲਾਂ ਪੁੱਛਦੇ ਰਿਹਾ ਆਪਦੇ ਸੀਨੀਅਰ ਤੋਂ, ਮੇਰਾ ਕੰਮ ਪੁੱਛਣਾ ਹੀ ਰਹਿ ਗਿਆ, ਕੋਈ ਦੱਸਣਾ ਨਹੀਂ ਹੈ ਉਹਨਾਂ ਨੂੰ। ਸਾਰਾ ਕੰਮ ਪੁੱਛਣ ਕਿ ਮੈਂ ਹੁਣ ਪੁੱਛਣ ਤੇ ਹੀ ਰਹਾਂ। 6 ਵਾਰੀ ਪੁੱਛ ਲਿਆ 92 ਤੋਂ ਲੈ ਕੇ ਹੁਣ ਤੱਕ ਪੁੱਛਿਆ। ਉਹਨਾਂ ਨੂੰ ਪੁੱਛ ਲੈਣਾ ਨਹੀਂ ਹੁਣ ਰਿਕਮੈਂਡ ਹੁਣ ਕਿਉਂਕਿ ਹਰ ਵਾਰੀ ਬੰਦੇ ਬਦਲ ਜਾਂਦੇ ਨੇ, ਕਿਹਨੂੰ ਪੁੱਛੀ ਚੱਲਾਂ, ਹਰ ਵਾਰੀ ਬਦਲ ਜਾਂਦੇ ਨੇ। 92 ਚ ਹੋਰ ਸੀ, 97 ਚ ਹੋਰ ਸੀ, 2002 ਚ ਹੋਰ ਸੀ, 7 ਚ ਹੋਰ ਸੀ, 12 ਚ ਹੋਰ ਸੀ, 17 ਮੈਂ ਪੁੱਛਣ ਤੇ ਲੱਗਿਆ ਨਾ ਵੀ ਹਾਂ ਜੀ ਮੇਰੇ ਤੋਂ ਗਲਤੀ ਕੀ ਹੋ ਗਈ, ਇਹੀ ਕੰਮ ਰਹਿ ਗਿਆ। ਮੈਂ ਦੱਸੂਗਾ, ਉਹ ਪੁੱਛਣਗੇ। ਸੋ ਹੁਣ ਜਿਵੇਂ ਸ਼ਾਇਦ ਅੱਜ ਜਾਂ ਕੱਲ੍ਹ 'ਚ ਹੀ ਨੋਮੀਨੇਸ਼ਨ ਵਾਪਸ ਲੈਣ ਦਾ ਦਿਨ ਹੈਗਾ, ਕੋਈ ਵਾਪਸ ਨਹੀਂ, ਤਕੜੇ ਹੋ ਕੇ ਚੋਣਾਂ ਲੜਾਂਗੇ। ਸ਼ਰਮਾ ਜੀ ਤੁਸੀਂ ਦਫ਼ਤਰ ਦੇ ਉਦਘਾਟਨ ਤੇ ਆਉਣਾ 5 ਤਰੀਕ ਨੂੰ 11 ਵਜੇ ਦਫ਼ਤਰ ਦਾ ਆਪਾਂ ਉਦਘਾਟਨ ਕਰਾਂਗੇ, ਕਿਸੇ ਸੀਨੀਅਰ ਕਾਂਗਰਸੀ ਤੋਂ ਕਰਾਵਾਂਗੇ, ਨਾਲੇ ਦੇਖਿਓ ਗਰੀਬਰ ਕੱਢਦਾ। ਪਰ ਬਾਬਾ ਜੀ ਇੱਕ ਚੀਜ਼ ਆਖਰੀ ਕੁਐਸਚਨ ਇਹ ਹੈ ਕਿ ਪਹਿਲਾਂ ਤਾਂ ਜਦੋਂ ਪਾਰਟੀਆਂ ਨਾਲ ਹੁੰਦੀਆਂ ਤੇ ਪਾਰਟੀ ਦਾ ਵਰਕਰ ਵੀ ਬਹੁਤ ਜ਼ਿਆਦਾ ਨਾਲ ਜੁੜਿਆ ਹੁੰਦਾ ਤੇ ਸੁਣਤਾ ਲਓ ਨਾ ਗੱਲ। ਤੇ ਅੱਜ ਕੱਲ੍ਹ ਤਾਂ ਤੁਸੀਂ ਆਪ ਹੀ ਦੱਸਿਆ ਕਿ ਇੱਕ ਤਾਂ ਉਹ ਹੋ ਗਿਆ ਜਿਹੜਾ ਤੁਸੀਂ ਕਿਹਾ ਖੜਕੂਆਂ ਦਾ ਇਲੈਕਸ਼ਨ ਹੋ ਗਿਆ, ਦੂਜਾ ਪੈਸੇ ਪੂੰਜੀਵਦੀਆਂ ਦਾ ਵੀ ਤੁਸੀਂ ਆਪ ਹੀ ਮੰਨ ਗਏ, ਠੀਕ ਹੈ। ਤੇ ਉਹਦੇ ਵਿੱਚ ਸਿਧਾਂਤਾਂ ਵਾਲੇ ਕ੍ਰਿਸ਼ਨ ਕੁਮਾਰ ਬਾਬਾ ਜੀ ਦੀ ਕਿੰਨੀ ਕੁ ਚੱਲੂਗੀ ਵੋਟਰ ਦੇ ਅੱਗੇ, ਕਿਉਂਕਿ ਪੈਸਾ ਤੁਸੀਂ ਤਾਂ ਕਹਿ ਰਹੇ ਹੋ ਮੈਂ 1997 ਤੋਂ ਸ਼ਾਇਦ ਇਸੇ ਫਲੈਟ 'ਚ ਰਹਿ ਰਿਹਾ, 77 ਤੋਂ ਇਸੇ ਫਲੈਟ 'ਚ ਰਹਿ ਰਿਹਾ ਸ਼ਾਇਦ, ਠੀਕ ਹੈ। 77 ਤੋਂ ਪੋਲਿਟਿਕਸ ਕਰਦਾ, 95 ਤੋਂ ਇਸ ਫਲੈਟ 'ਚ ਰਹਿ ਰਹੇ ਹੋ। ਸੋ ਸਾਨੂੰ ਤਾਂ ਲੱਗਿਆ ਨਹੀਂ ਕਿ ਤੁਸੀਂ ਵੀ ਉਹ ਬੜੇ ਪੂੰਜੀਵਾਦੀ ਹੈਗੇ ਹੋ ਤੇ 5 ਕਰੋੜ ਜਿੱਦਾਂ ਬਾਕੀ ਕਹਿੰਦੇ ਆ ਲੱਗਦਾ ਸੀਟ ਤੇ ਤੁਸੀਂ ਲਾ ਲਓਗੇ। ਫਿਰ ਤੁਹਾਡੇ ਸਿਧਾਂਤਾਂ ਦੀ ਵੈਲਿਊ ਜਨਤਾ ਅੱਗੇ ਕਿੱਦਾਂ ਪਾਊਗੀ ਯਾਰ? ਜਿੱਥੇ ਪਾਰਟੀ ਨੇ ਨਹੀਂ ਪਾਈ, ਗਾਂਧੀ ਦੀ ਪਾਰਟੀ ਅੱਜ ਆਪਣੀ ਆਈਡੀਓਲੋਜੀ ਚੇਂਜ ਕਰ ਗਈ। ਸੁਣੋ ਗੱਲ, ਜਵਾਬ ਦਿੰਦੇ ਆ ਪੰਡਿਤ ਜੀ। ਮੇਰੇ ਕੋਲ ਤੁਹਾਡੇ ਵਰਗੇ ਪੈਸੇ ਵਾਲੇ ਦੋਸਤ ਹੈਗੇ ਨੇ, ਤੁਸੀਂ ਵੀ ਹੁਣੇ 10 ਕਰੋੜ ਦੀਆਂ ਗੱਲਾਂ ਕੱਢਦੇ ਹਟੋ ਨਾ ਕਿ ਸੌਦੇ ਦੀਆਂ, ਤੇ ਸਾਡੇ ਕੋਲ ਵੀ ਤੁਹਾਡੇ ਵਰਗੇ ਆਸ਼ੀਰਵਾਦ ਦੇਣ ਵਾਲੇ ਹੈਗੇ ਨੇ, ਕੋਈ ਜਿਹੜੇ ਸਾਨੂੰ ਤਕੜੇ ਹੋ ਕੇ ਚੋਣਾਂ ਲੜਾਉਣਗੇ। ਅਸੀਂ ਲੜਾਂਗੇ ਤਕੜੇ ਹੋ ਕੇ। ਵੈਸਟ ਹਲਕੇ ਦੇ ਵਿੱਚ ਉਹ ਦਿਮਾਗ, ਉਹ ਸੋਚ ਬੈਠੀ ਹੈ ਜਿਹੜੀ ਸੱਚ ਤੇ ਪਹਿਰਾ ਦੇਣ ਵਾਲੇ ਲੋਕ ਆ, ਤੇ ਅਸੀਂ ਸੱਚ ਦੇ ਵਰਕਰ ਆ, ਅਸੀਂ ਚੋਣ ਲੜ ਕੇ ਦਿਖਾਵਾਂਗੇ। ਥੈਂਕ ਯੂ ਸਰ। ਓਕੇ। ਸੋ ਦੋਸਤੋ, ਇਹ ਸੀ ਕ੍ਰਿਸ਼ਨ ਕੁਮਾਰ ਬਾਵਾ ਜੀ, ਜਿਨ੍ਹਾਂ ਨੇ ਸਿੱਧੇ ਦੱਸਿਆ ਕਿ ਅੱਜ ਜਿਹੜੀ ਗਾਂਧੀ ਦੀ ਪਾਰਟੀ ਜਿਹੜੀ ਕਿ ਆਈਡੀਓਲੋਜੀ 'ਤੇ ਸੀ, ਸਿਧਾਂਤਾਂ 'ਤੇ ਸੀ, ਉਹ ਸਿਧਾਂਤ ਭੁੱਲ ਗਈ ਹੈ ਔਰ ਉੱਥੇ ਸਿਧਾਂਤਾਂ ਦੀ ਨਹੀਂ, ਅੱਜ ਖੜਕੂਆਂ ਦੀ ਤੇ ਪੈਸੇ ਪੂੰਜੀਵਾਦੀਆਂ ਦਾ ਬੋਲਬਾਲਾ ਹੈਗਾ। ਇਹਨਾਂ ਨੇ ਕਹਿਣ 'ਚ ਕਿਤੇ ਵੀ ਗੁਰੇਜ਼ ਨਹੀਂ ਕੀਤਾ ਔਰ ਬਹੁਤ ਸਾਰੀ ਨਾਰਾਜ਼ਗੀਆਂ ਹੈ, ਜਿੱਦਾਂ ਕਿ ਉਹਨਾਂ ਨੇ ਖੁਦ ਦੱਸਿਆ ਕਿ 30 ਸਾਲਾਂ ਤੋਂ ਸਾਡੀ ਵੈਲਿਊ ਨਹੀਂ ਪਈ ਤੇ ਹੁਣ ਇਸੇ ਲਈ ਅਸੀਂ ਆਜ਼ਾਦ ਉਮੀਦਵਾਰ ਖੜਨ ਦੀ ਜਿਹੜੀ ਹੈਗੀ ਹੈ ਲਈ ਆ ਗਏ ਹਾਂ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ। ਜਾਣੇ ਤੇ ਧੰਨਵਾਦ।